ਹੈਲੋ ਫਰੈਂਡਸ, ਗੁੱਡ ਮੋਰਨਿੰਗ। ਵੈਲਕਮ ਬੈਕ ਟੂ ਮਾਈ ਯੂਪੀਐਸਸੀ ਐਸਪੀਰਿੰਗ ਚੈਨਲ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਨੈਬ ਤਹਿਸੀਲਦਾਰ ਦੀ ਸੀਰੀਜ਼ ਸਟਾਰਟ ਕੀਤੀ ਹੈ, ਜਿਸ ਵਿੱਚ ਅਸੀਂ ਹਰ ਰੋਜ਼ ਪੀਪੀਐਸਸੀ ਨੇ ਜਿੰਨੇ ਵੀ ਐਗਜ਼ਾਮ ਕੰਡਕਟ ਕਰਵਾਏ ਨੇ ਉਹਨਾਂ ਦੀ ਐਨਾਲਿਸਿਸ ਕਰ ਰਹੇ ਹਾਂ। ਇਹ ਤਾਂ ਸਾਰੇ ਐਗਜ਼ਾਮ ਉਹ ਨੇ ਜਿਹੜੇ ਕਿ ਪੀਪੀਐਸਸੀ ਨੇ ਕੰਡਕਟ ਕਰਵਾਏ ਨੇ। ਸੋ ਇਹਨਾਂ ਦੇ ਕੁਐਸਚਨ ਦਾ ਲੈਵਲਸ ਵੀ ਇੰਨਾ ਮਤਲਬ ਕਿ ਮੈਡੀਓਕਰ ਜਿਹਾ ਲੈਵਲ ਹੈ, ਲੇਕਿਨ ਉਹ ਬੱਚੇ ਜਿਹੜੇ ਕਿ ਚਾਹੁੰਦੇ ਨੇ ਕਿ ਇੱਕ ਹਾਈ ਲੈਵਲ ਦੇ ਕੁਐਸਚਨ ਸਾਨੂੰ ਪ੍ਰਪੇਅਰ ਕਰਵਾਏ ਜਾਣ। ਜਿਹੜੇ ਵੀ ਕੁਐਸਚਨ ਯੂਪੀਐਸਸੀ ਨੇ ਜਾਂ ਜਿਹੜੇ ਕੰਡਕਟ ਕਰਵਾਏ ਨੇ ਪੀਸੀਐਸ ਵਿੱਚ ਆਏ ਨੇ, ਉਹ ਸਾਰੇ ਦੇ ਸਾਰੇ ਪ੍ਰੀਵੀਅਸ ਈਅਰ ਕੁਐਸਚਨ ਦੀ ਇੱਕ ਅਲੱਗ ਤੋਂ ਮੈਂ ਸੀਰੀਜ਼ ਸਟਾਰਟ ਕਰਨ ਜਾ ਰਹੀ ਹਾਂ। ਸੋ ਹੋਪ ਸੋ ਤੁਸੀਂ ਉਹਨੂੰ ਵੀ ਬਹੁਤ ਲਾਈਕ ਕਰੋਗੇ ਅਤੇ ਕਮੈਂਟ ਸੈਕਸ਼ਨ ਵਿੱਚ ਦੱਸੋ ਕਿ ਇਹ ਸੀਰੀਜ਼ ਸਟਾਰਟ ਕੀਤੀ ਜਾਏ ਜਾਂ ਨਾ। ਸੋ ਅੱਜ ਦਾ ਪਹਿਲਾ ਕੁਐਸਚਨ ਅਸੀਂ ਦੇਖਦੇ ਹਾਂ। ਹੂ ਅਕੋਰਡਿੰਗ ਟੂ ਦੀ ਕੰਸਟੀਟਿਊਸ਼ਨ ਆਫ ਇੰਡੀਆ ਹੈਜ਼ ਦੀ ਪਾਵਰ ਟੂ ਡਿਕਲੇਅਰ ਐਨੀ ਏਰੀਆ ਏ ਸ਼ਡਿਊਲਡ ਏਰੀਆ। ਕਹਿੰਦੇ ਕਿ ਨਹੀਂ, ਸੰਵਿਧਾਨ ਦੇ ਵਿੱਚ, ਇੰਡੀਆ ਦੇ ਸੰਵਿਧਾਨ ਵਿੱਚ ਉਹ ਇਹ ਜਿਹੜੀ ਪਾਵਰ ਕਿਹਨੂੰ ਦਿੱਤੀ ਗਈ ਹੈ ਕਿ ਕਿਸੇ ਵੀ ਏਰੀਆ ਨੂੰ ਸ਼ਡਿਊਲਡ ਏਰੀਆ ਘੋਸ਼ਿਤ ਕਰ ਸਕੇ। ਸੋ ਇਹਦਾ ਆਨਸਰ ਹੈਗਾ ਪ੍ਰੈਜ਼ੀਡੈਂਟ ਤੋਂ ਇਹ ਸਾਰੀ ਪਾਵਰ ਹੁੰਦੀ ਹੈ ਕਿ ਕਿਸੇ ਵੀ ਏਰੀਆ ਨੂੰ ਉਹ ਸ਼ਡਿਊਲਡ ਏਰੀਆ ਕਹਿ ਸਕਦਾ ਹੈ, ਡਿਕਲੇਅਰ ਕਰ ਸਕਦਾ ਹੈ। ਸੋ ਸੈਕਿੰਡ ਨੰਬਰ ਸਾਡਾ ਕੁਐਸਚਨ ਹੈ, ਹੂ ਵਾਜ਼ ਦੀ ਚੇਅਰਮੈਨ ਆਫ ਦੀ ਕਮੇਟੀ ਅਪੋਇੰਟਡ ਇਨ 1977 ਟੂ ਰਿਵਿਊ ਦੀ ਵਰਕਿੰਗ ਆਫ ਪੰਚਾਇਤੀ ਰਾਜ। ਕਹਿੰਦੇ ਕਿ ਜਿਹੜਾ ਪੰਚਾਇਤੀ ਰਾਜ ਹੁੰਦਾ ਹੈ ਨਾ, ਇਹਦੇ ਜਿੰਨੇ ਵੀ ਕੰਮ ਕੀਤੇ ਆ ਉਹਨਾਂ ਦੀ ਦੇਖ ਰੇਖ ਰੱਖਣ ਲਈ 1977 ਦੇ ਵਿੱਚ ਇੱਕ ਕਮੇਟੀ ਅਪੋਇੰਟ ਕੀਤੀ ਗਈ ਸੀ। ਸੋ ਇਹਦੇ ਚੇਅਰਮੈਨ ਕੌਣ ਸੀ? ਦੈਟ ਇਜ਼ ਅਸ਼ੋਕ ਮਹਿਤਾ। ਅਸ਼ੋਕ ਮਹਿਤਾ ਜੀ ਇਹਦੇ ਚੇਅਰਮੈਨ ਸੀ। ਸੋ ਅਗਲਾ ਕੁਐਸਚਨ ਹੈ, ਇੰਪਲੋਇਮੈਂਟ ਆਫ ਚਿਲਡਰਨ ਫॉर ਬੈਗਿੰਗ ਇਜ਼ ਪਨਿਸ਼ੇਬਲ। ਕਹਿੰਦੇ ਕਿ ਅਗਰ ਚਿਲਡਰਨ ਭੀਖ ਮੰਗਣ ਤੇ ਉਹ ਮਤਲਬ ਕਿ ਉਹਦੇ ਲਈ ਪੁਨਿਸ਼ ਮਿਲੇਗੀ, ਇਸ ਇੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਹੈ। ਵਿਦ ਡੈਸ਼ ਅੰਡਰ ਦੀ ਜੁਵੇਲੀਅਨ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015। ਕਹਿੰਦੇ ਕਿ ਨਹੀਂ, ਇਹਦੇ ਲਈ ਕੀ ਪਨਿਸ਼ਮੈਂਟ ਹੁੰਦੀ ਹੈ? ਐਕਟ ਕੀ ਹੈਗਾ? ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 ਦਾ ਐਕਟ ਹੈਗਾ। ਸੋ ਇਹਦੇ ਵਿੱਚ ਹੁੰਦਾ ਕਿ ਫੋਰਥ ਨੰਬਰ ਆਪਸ਼ਨ, ਇਹ ਟਰਮ ਵਿਚ ਮੇ ਐਕਸਟੈਂਡ ਟੂ 5 years। ਕਹਿੰਦੇ ਕਿ ਤੁਹਾਨੂੰ 5 years ਤੱਕ ਦੀ ਜੇਲ੍ਹ ਹੋ ਸਕਦੀ ਹੈ। ਐਂਡ ਸ਼ੈਲ ਆਲਸੋ ਵੀ ਲਾਈਬਲ ਟੂ ਏ ਫਾਈਨ ਆਫ 1 ਲੱਖ ਰੁਪੀਜ਼। ਤਾਂ 1 ਲੱਖ ਰੁਪਏ ਦਾ ਤੁਹਾਨੂੰ ਫਾਈਨ ਵੀ ਲੱਗ ਸਕਦਾ ਹੈ। ਸੋ ਅਗਲਾ ਕੁਐਸਚਨ ਹੈ, ਜਿਨਸੀ ਪਰੇਸ਼ਾਨੀ, ਜਿਨਸੀ ਅਪਰਾਧਾਂ ਤੋਂ ਵਿਦਿਆਰਥੀਆਂ ਦੀ ਰੱਖਿਆ ਐਕਟ 2012 ਦੀ ਧਾਰਾ 11 ਦੇ ਤਹਿਤ ਪਰਿਭਾਸ਼ਿਤ ਕੀਤਾ ਗਿਆ ਹੈ। ਜਿਨਸੀ ਪਰੇਸ਼ਾਨੀ ਦੇ ਬਾਰੇ ਦੱਸਿਆ ਹੈ, ਇਹਨਾਂ ਵਿੱਚੋਂ ਕਿਸ ਨੂੰ ਸ਼ਾਮਿਲ ਨਹੀਂ ਕਰਦਾ ਹੈ? ਅਸ਼ਲੀਲ ਮਰਕਤਾਂ ਦੇ ਲਈ ਕਿਸੇ ਰੂਪ ਜਾਂ ਮੀਡੀਆ ਰਾਹੀਂ ਬੱਚੇ ਨੂੰ ਕੋਈ ਵਸਤੂ ਵਿਖਾਉਣੀ। ਜਿਨਸੀ ਪਰੇਸ਼ਾਨੀ ਦੇ ਬਾਰੇ ਦੱਸ ਰਿਹਾ ਕਿ ਇਹ ਸਭ ਇਹਦੇ ਵਿੱਚ ਹੁੰਦਾ ਹੈ। ਬੱਚੇ ਨੂੰ ਦੇਹ ਵਪਾਰ ਵਿੱਚ ਸ਼ਾਮਿਲ ਕਰਨਾ, ਇਹ ਦੇਹ ਵਪਾਰ ਸ਼ਾਮਿਲ ਕਰਨਾ ਇਹ ਨਹੀਂ ਹੈ ਇਸ ਐਕਟ ਦੇ ਅੰਡਰ। ਬਾਕੀ ਸਾਰੀਆਂ ਆਪਸ਼ਨਸ ਨੇ, ਬਾਕੀ ਪੜ੍ਹ ਲੈਣੇ ਹੋਰ ਕੀ ਕੀ ਇਹਦੇ ਅੰਦਰ ਆਉਂਦਾ ਹੈ। ਇੱਕ ਬੱਚੇ ਤੋਂ ਉਸਦੇ ਸਰੀਰ ਦਾ ਪ੍ਰਦਰਸ਼ਨ ਕਰਵਾਉਣਾ, ਇਹ ਵੀ ਇਹਦੇ ਵਿੱਚ ਹੀ ਆਉਂਦਾ ਹੈ। ਕਿਸੇ ਬੱਚੇ ਨੂੰ ਅਸ਼ਲੀਲ ਉਦੇਸ਼ਾਂ ਦੇ ਲਈ ਲੁਭਾਉਣਾ ਜਾਂ ਉਸ ਦੇ ਲਈ ਰੀਝ ਪੂਰਤੀ ਕਰਨਾ, ਮਤਲਬ ਕਿ ਬੱਚਿਆਂ ਦੀ ਪ੍ਰੋਟੈਕਸ਼ਨ ਦੇ ਲਈ ਐਕਟ ਬਣਾਇਆ ਗਿਆ। ਇਹ ਧਾਰਾ ਦੇ ਵਿੱਚ 2012 ਦੇ ਵਿੱਚ ਧਾਰਾ 11 ਦੇ ਤਹਿਤ ਪਰਿਭਾਸ਼ਿਤ ਕੀਤਾ ਗਿਆ ਹੈ, ਜਿਸ ਵਿੱਚ ਬੱਚੇ ਨੂੰ ਦੇਹ ਵਪਾਰ ਵਿੱਚ ਸ਼ਾਮਿਲ ਕਰਨਾ ਸ਼ਾਮਿਲ ਨਹੀਂ ਹੈ। ਵਟ ਇਜ਼ ਦੀ ਫੁੱਲ ਫੋਰਮ? AIFI। AIFI ਦੀ ਫੁੱਲ ਫੋਰਮ ਕੀ ਹੈਗੀ ਹੈ? ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਸੋ ਹੋਪ ਸੋ ਤੁਹਾਨੂੰ ਇਹ ਯਾਦ ਰੱਖੋਗੇ ਤੁਸੀਂ। ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਦੀ ਹਾਂ, ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਕੁਛ ਹੋਰ ਨਾਂ ਲਗਾ ਦੇਣਾ ਉੱਥੇ ਜਾ ਕੇ। ਸੋ ਅਗਲਾ ਕੁਐਸਚਨ ਹੈ, ਅਕੋਰਡਿੰਗ ਟੂ ਇੰਡੀਅਨ ਕੰਸਟੀਟਿਊਸ਼ਨ ਵਿਚ ਪੇਅਰ ਆਫ ਆਰਟੀਕਲ ਕੰਸੀਡਰ ਇਜ਼ ਨੋਟ ਕਰੈਕਟ। ਕਹਿੰਦੇ ਕਿ ਇਹਦੇ ਵਿੱਚ ਜਿਹੜਾ ਗਲਤ ਦਿੱਤਾ ਗਿਆ, ਕਰੈਕਟ ਨਹੀਂ ਹੈਗਾ। ਜਿਵੇਂ ਕਿ ਪਹਿਲਾਂ ਦੇਖ ਲਿਆ ਸੀ, ਇਹਦੇ ਬਹਾਨੇ ਅਸੀਂ ਬਾਕੀ ਵੀ ਯਾਦ ਕਰ ਲੈਂਦੇ ਹਾਂ। 136 ਇਹ ਹੈਗਾ ਸਪੈਸ਼ਲ ਲੀਵ ਟੂ ਅਪੀਲ ਬਾਈ ਦੀ ਸੁਪਰੀਮ ਕੋਰਟ। ਇਹਦੇ ਵਿੱਚ ਸੁਪਰੀਮ ਕੋਰਟ ਦੇ ਬਾਰੇ ਰਿਗਾਰਡਿੰਗ ਦੱਸਿਆ ਗਿਆ, ਜਿਹਦੇ ਵਿੱਚ ਸਪੈਸ਼ਲ ਲੀਵ ਟੂ ਅਪੀਲ ਬਾਰੇ ਦੱਸਿਆ ਗਿਆ ਹੈ। ਕਿੰਨਾ ਆਰਟੀਕਲ ਹੈ? 136। ਸੋ ਅਗਲਾ ਹੈਗਾ ਹੈ 146। ਸੋ ਇਹਦੇ ਵਿੱਚ ਕੀ ਹੁੰਦਾ ਹੈ? ਓਫੀਸ਼ੀਅਲ ਐਂਡ ਸਰਵੈਂਟਸ ਐਂਡ ਦੀ ਐਕਸਪੈਂਸਿਸ ਆਫ ਸੁਪਰੀਮ ਕੋਰਟ ਬਾਰੇ ਦੱਸਿਆ ਗਿਆ ਹੈ। ਜਿਹੜਾ 141 ਹੈ, ਦੈਟ ਇਜ਼ ਕਨਫਰਟਸ ਔਨ ਦੀ ਸੁਪਰੀਮ ਕੋਰਟ ਆਫ ਪਾਵਰ ਟੂ ਇਸ਼ੂ ਸਰਟਨ ਰੇਟਸ। ਇਹ ਗਲਤ ਸ਼ੋ ਕੀਤਾ ਗਿਆ, ਇਹਨੂੰ ਮੈਚ ਨਹੀਂ ਕਰਦਾ ਹੈ। ਸੋ 140 ਜਿਹੜਾ ਹੈਗਾ ਆਰਚਲਰੀ ਪਾਵਰਸ ਆਫ ਸੁਪਰੀਮ ਕੋਰਟ, ਇਹਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ। 3 ਆਪਸ਼ਨ ਸਾਡੀਆਂ ਠੀਕ ਨੇ। ਜਿਹੜੀ ਥਰਡ ਆਪਸ਼ਨ ਹੈ ਉਹ ਗਲਤ ਹੈ। ਇਹਦੇ ਵਿੱਚ ਗਲਤ ਹੀ ਪੁੱਛਿਆ ਸੀ ਕਿ ਕਿਹੜਾ ਆਰਟੀਕਲ ਗਲਤ ਦਿੱਤਾ ਗਿਆ ਹੈ। ਸੋ ਅਗਲਾ ਕੁਐਸਚਨ ਹੈ, ਹੂ ਹੋਲਡਸ ਦੀ ਪਰਸ ਹੋਲਡਸ ਦੀ ਪਾਵਰ। ਕਹਿੰਦੇ ਜਿਹੜਾ ਪਰਸ ਹੋਲਡ ਕਰਦਾ ਪਾਵਰ ਵੀ ਹੋਲਡ ਕਰ ਸਕਦਾ ਹੈ। ਇਹ ਮਤਲਬ ਕਿ ਹੂ ਅਮੰਗ ਦੀ ਫੋਲੋਇੰਗ ਕੁਇਟਡ ਦਿਸ ਲਾਈਨ। ਇਹ ਲਾਈਨ ਕਿਹਨੇ ਲਿਖੀ ਹੈ? ਇਹ ਲਾਈਨ ਲਿਖੀ ਹੈ ਜੇਮਸ ਮੈਡੀਸਨ ਨੇ।
ਸੋ ਮੈਡੀਸਨ ਇੱਦਾਂ ਯਾਦ ਰੱਖ ਲਓ ਕਿ ਪਰਸ ਵਿੱਚ ਅਸੀਂ ਮੈਡੀਸਨ ਰੱਖੀ ਹੈ ਅਤੇ ਉਹਦੇ ਵਿੱਚ ਪਾਵਰ ਹੈਗੀ ਕਿ ਆਪਣੇ ਆਪ ਨੂੰ ਠੀਕ ਕਰ ਸਕਦਾ ਹੈ। ਸੋ ਐਵੇਂ ਤੁਸੀਂ ਮਨ ਵਿੱਚ ਮਨ ਘੜਤ ਕਹਾਣੀ ਬਣਾ ਕੇ ਤੁਸੀਂ ਯਾਦ ਕਰ ਸਕਦੇ ਹੋ। ਇੱਕ ਵਾਰ ਫਿਰ ਤੋਂ ਰਿਪੀਟ ਕਰ ਸਕਦੀ ਹਾਂ, ਕਿਹੜੀ ਲਾਈਨ ਹੈਗੀ ਹੈ, ਹੂ ਹੋਲਡ ਦੀ ਪਰਸ ਹੋਲਡ ਦੀ ਪਾਵਰ। ਸੋ ਇਹਦਾ ਕਿਹਨੇ ਲਿਖੀ ਹੈ ਲਾਈਨ, ਦੈਟ ਇਜ਼ ਜੇਮਸ ਮੈਡੀਸਨ ਦੀ ਹੈਗੀ ਹੈ ਲਾਈਨ। ਅੱਗੇ ਹੈਗਾ ਵਿਜੇਦਨ ਦੇਥਾ ਇਸ ਫੇਮਸ ਫਲੋਕ ਫਲੋਰਿਸਟ ਆਫ ਵਿਚ ਆਫ ਦੀ ਫੋਲੋਇੰਗ ਸਟੇਟਸ। ਜੋ ਵਿਜੇਦਨ ਦੇਤਾ ਸੀ ਉਹ ਕੀ ਸੀ, ਫੋਕ ਫਲੋਰਿਸਟ ਸੀ। ਉਹ ਕਿਹੜੀ ਸਟੇਟ ਦੇ ਸੀ, ਰਾਜਸਥਾਨ ਨੂੰ ਬਿਲੋਂਗ ਕਰਦੇ ਨੇ। ਸੋ ਅਬਾਸ ਖਾਨ ਸਰਵਾਨੀ ਵਾਜ਼ ਏ ਹਿਸਟੋਰੀਅਨ ਆਫ। ਸੋ ਜਿਹੜੀ ਇਹਦੀਆਂ ਪਰਸਨੈਲਿਟੀਜ਼ ਨੇ ਨਾ, ਇਹ ਸਾਡੇ ਕਰੰਟ ਅਫੇਅਰ ਦੇ ਅਕੋਰਡਿੰਗ ਦੱਸੀਆਂ ਜਾਂਦੀਆਂ ਨੇ। ਸੋ ਇਹ ਕੁਐਸਚਨ ਤਾਂ ਰਿਪੀਟ ਹੋ ਚੁੱਕੇ ਨੇ ਅਤੇ ਇਹ ਕੁਐਸਚਨ ਪੇਪਰ ਵੀ ਪੁਰਾਣੇ ਨੇ। ਸੋ ਤੁਸੀਂ ਕੀ ਕਰਨਾ ਹੈ, ਜਿਵੇਂ ਤੁਸੀਂ ਇਹਨਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਸਾਡੇ ਕੁਐਸਚਨ ਪੇਪਰ 'ਚ ਕਿਹੋ ਜਿਹੇ ਕੁਐਸਚਨ ਡਿਜ਼ਾਈਨਸ ਹੋਣਗੇ। ਸੋ ਕਰੰਟ ਅਫੇਅਰ ਦੀ ਸੀਰੀਜ਼ ਨਾਲ ਦੀ ਨਾਲ ਸਟਾਰਟ ਕੀਤੀ ਹੈ, ਇਹੋ ਜਿਹੇ ਕੁਐਸਚਨ ਕਰੰਟ ਅਫੇਅਰ ਵਿੱਚੋਂ ਆਉਣਗੇ। ਇਹ ਕੁਐਸਚਨ ਪੁਰਾਣੇ ਹੋ ਚੁੱਕੇ ਨੇ। ਸੋ ਤੁਸੀਂ ਜਿਹੜੇ ਹਿਸਟਰੀ ਨਾਲ ਰਿਲੇਟਡ ਨੇ ਉਹ ਤਾਂ ਆਉਣ ਦੇ ਚਾਂਸ ਹੈਗੇ ਆ। ਜੋ ਕਰੰਟ ਅਫੇਅਰ ਨਾਲ ਰਿਲੇਟਡ ਨੇ ਉਹ ਬਹੁਤ ਘੱਟ ਚਾਂਸ ਨੇ, ਉਹ ਤੁਸੀਂ ਕਰੰਟ ਅਫੇਅਰ ਦੀ ਸੀਰੀਜ਼ ਤੋਂ ਅਟੈਂਪਟ ਕਰ ਲੈਣਾ। ਸੋ 9th ਕੁਐਸਚਨ ਹੈ, ਅਬਾਸ ਖਾਨ ਸਰਵਾਨੀ ਵਾਜ਼ ਏ ਹਿਸਟੋਰੀਅਨ ਆਫ। ਅਬਾਸ ਖਾਨ ਸਰਵਾਨੀ ਇਹ ਹਿਸਟੋਰੀਅਨ ਕਿਸ ਸ਼ਾਸਨ ਦਾ ਸੀ, ਸ਼ੇਰਸ਼ਾਹ ਸੂਰੀ ਦਾ। ਇਹੋ ਜਿਹੇ ਕੁਐਸਚਨ ਆਉਣਗੇ ਬਿਕੋਜ਼ ਇਹ ਹਿਸਟਰੀ ਵਿੱਚ ਨੇ, ਹਿਸਟਰੀ ਵਾਲੇ ਕੁਐਸਚਨ ਰਿਪੀਟ ਹੁੰਦੇ ਨੇ। ਸੋ ਸਰਵਾਨੀ, ਐਸ ਫॉर ਸਰਵਾਨੀ, ਐਸ ਫॉर ਸ਼ੇਰਸ਼ਾਹ ਸੂਰੀ, ਐਵੇਂ ਤੁਸੀਂ ਯਾਦ ਰੱਖ ਲਓ ਇਹਨੂੰ। ਔਰ ਅੱਗੇ ਸਾਡਾ ਹੈਗਾ ਹੈ 10th ਨੰਬਰ, ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਰਿਗਾਰਡਿੰਗ ਵਨ ਨੇਸ਼ਨ ਵਨ ਅੰਬਸਮੈਨ ਅਪਰੋਚ। ਹੁਣ ਇਹ ਵਾਲੀ ਅਪਰੋਚ ਉਸ ਟਾਈਮ ਦੀ ਹੈਗੀ ਆ। ਅਸੀਂ ਇੱਕ ਵਾਰ ਫਿਰ ਤੋਂ ਰਿਪੀਟ ਕਰ ਲੈਂਦੇ ਹਾਂ ਕਿ ਇਹਦੇ ਵਿੱਚ ਵਨ ਨੇਸ਼ਨ ਵਨ ਅੰਬਸਮੈਨ ਅਪਰੋਚ ਵਿੱਚ ਕੀ ਆਉਂਦਾ ਹੈ। ਇਟ ਇਜ਼ ਏ ਕੰਜ਼ਿਊਮਰ ਗ੍ਰੇਵੀਅੰਸ ਰੀਡਰੈਸਲ ਸਕੀਮ ਹੈਗੀ ਆ। ਹਾਂ, ਸਿਰਫ ਪਹਿਲੀ ਦੀ ਪਹਿਲੀ ਆਪਸ਼ਨ ਠੀਕ ਹੈਗੀ, ਦੂਸਰੀ ਆਪਸ਼ਨ ਗਲਤ ਹੈਗੀ ਹੈ। ਸੋ ਅਗਲਾ ਹੈਗਾ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਏ ਕੁਆਂਟੀਟੇਟਿਵ ਇੰਸਟਰੂਮੈਂਟ ਆਫ ਮੋਨੀਟਰੀ ਪੋਲਿਸੀ। ਜੋ ਕੁਆਂਟੀਟੇਟਿਵ ਇੰਸਟਰੂਮੈਂਟ ਮੋਨੀਟਰੀ ਪੋਲਿਸੀ ਦਾ ਨਹੀਂ ਹੈਗਾ। ਓਪਨ ਮਾਰਕੀਟ ਓਪਰੇਸ਼ਨ, ਜੀ ਹਾਂ ਇਹ ਹੈਗੇ ਆ। ਥਰਡ ਆਪਸ਼ਨ ਕੈਸ਼ ਰਿਸੀਵ ਰੇਸ਼ੋ, ਇਹ ਵੀ ਹੈਗਾ ਹੈ। ਫੋਰਥ ਇਜ਼ ਲਿਕੁਇਡਿਟੀ ਐਡਜਸਟਮੈਂਟ ਫੈਕੈਲਿਟੀ, ਇਹ ਵੀ ਹੈਗਾ। ਜੋ ਸੈਕਿੰਡ ਆਪਸ਼ਨ ਹੈ ਮੋਰਲ ਐਸੋਸੀਏਸ਼ਨ, ਇਹ ਨਹੀਂ ਹੈਗਾ, ਨਹੀਂ ਪੁੱਛਿਆ ਸੀ ਤਾਂ ਮੋਰਲ ਐਸੋਸੀਏਸ਼ਨ ਇਹਦਾ ਆਨਸਰ ਆਏਗਾ। ਸੋ ਅਗਲਾ ਕੁਐਸਚਨ ਹੈ, ਇਹ ਕਿਸੇ ਇਮਾਰਤ ਦੇ ਆਊਟਲੈਂਡ ਦੇ ਹਥਿਆਰ ਆਦਮੀ ਤੈਨਾਤ ਕਰਦਾ ਹੈ। ਜੈਡ ਉਸਨੂੰ ਦੱਸਦਾ ਹੈ ਕਿ ਜੈਡ ਦੇ, ਇਹ ਕੁਐਸਚਨ ਇਹ ਛੱਡ ਦਿਓ ਤੁਸੀਂ, ਇੱਦਾਂ ਦਾ ਕੁਛ ਨਹੀਂ ਆਏਗਾ। 30 ਨੰਬਰ ਕੁਐਸਚਨ ਹੈ, ਵਿਚ ਅਮੰਗ ਦੀਸ was the committee that was formed in 1919 to look into events that occurred in ਪੰਜਾਬ। ਕਹਿੰਦੇ 1919 ਦੇ ਵਿੱਚ ਕਮੇਟੀ ਬਣਾਈ ਗਈ ਸੀ। ਕਿਉਂ ਬਣਾਈ ਗਈ ਸੀ ਕਿ ਜਿੰਨੇ ਵੀ ਪੰਜਾਬ ਵਿੱਚ ਇਵੈਂਟਸ ਹੋਣਗੇ ਉਹਨਾਂ ਦੇ ਬਾਰੇ ਦੇਖ ਰੇਖ ਕਰੇਗੀ। ਉਹਦਾ ਕਮੇਟੀ ਦਾ ਨਾਮ ਹੈ ਹੰਟਰ ਕਮੇਟੀ। ਔਰ ਇੱਦਾਂ ਕੁਐਸਚਨ ਆ ਸਕਦਾ, ਹੰਟਰ ਕਮੇਟੀ ਕਦੋਂ ਬਣੀ ਹੈ, ਇਹ 1919 ਦੇ ਵਿੱਚ ਬਣੀ ਹੈ, ਤੁਸੀਂ ਇਹਨੂੰ ਯਾਦ ਰੱਖਣਾ ਹੈ। ਅਗਲਾ ਹੈਗਾ ਵਿਚ ਫੈਸਟੀਵਲ ਇਜ਼ ਆਲਸੋ ਨੋਨ ਐਜ਼ ਈਰੂ ਥਜੂਵੁਦਲ ਫੈਸਟੀਵਲ। ਇਹ ਜੱਲੀਕੱਟੂ ਫੈਸਟੀਵਲ ਦਾ ਅਨਦਰ ਨੇਮ ਹੈਗਾ ਈਰੂ ਥਜੂਵਦਲ ਫੈਸਟੀਵਲ। ਸੋ ਤੁਸੀਂ ਇਹਨੂੰ ਯਾਦ ਰੱਖਣਾ ਹੈਗਾ। ਵਿਚ ਇੰਡੀਅਨ ਮੋਨੂਮੈਂਟ ਇਜ਼ ਆਲਸੋ ਨੋਨ ਐਜ਼ ਬਾਈ ਟੈਂਪਲ। ਜੋ ਬਾਈ ਟੈਂਪਲ ਹੈ ਉਹ ਕਿਸ ਟੈਂਪਲ ਨੂੰ ਅਸੀਂ ਬਾਈ ਟੈਂਪਲ ਵੀ ਕਹਿੰਦੇ ਹਾਂ, ਲੋਟਸ ਟੈਂਪਲ ਨੂੰ ਅਸੀਂ ਬਾਈ ਟੈਂਪਲ ਵੀ ਕਹਿੰਦੇ ਨੇ। ਸੋ ਇਹਨੂੰ ਤੁਸੀਂ ਯਾਦ ਰੱਖਣਾ ਹੈ। ਕਿਲਾ ਮੁਬਾਰਕ ਇਜ਼ ਏ ਮੋਨੂਮੈਂਟ ਆਫ ਗ੍ਰੇਟ ਹਿਸਟੋਰੀਅਨ ਇੰਪੋਰਟੈਂਸ ਐਂਡ ਇਜ਼ ਸਿਚੁਏਟਡ ਇਨ ਦੀ ਵਿਚ ਸਿਟੀ ਆਫ ਪੰਜਾਬ। ਕਹਿੰਦੇ ਜਿਹੜਾ ਕਿਲਾ ਮੁਬਾਰਕ ਹੈਗਾ ਮੋਨੂਮੈਂਟ ਬਹੁਤ ਹੀ ਹਿਸਟੋਰੀਕਲ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਪੰਜਾਬ ਦੀ ਕਿਹੜੀ ਸਿਟੀ ਵਿੱਚ ਸਥਿਤ ਹੈ, ਇਹ ਬਠਿੰਡਾ ਸਿਟੀ ਵਿੱਚ ਸਥਿਤ ਹੈ। ਬਠਿੰਡਾ ਵਾਲਿਆਂ ਨੂੰ ਤਾਂ ਯਾਦ ਹੀ ਹੋਣਾ। ਸੋ ਬਾਕੀ ਜਿਹੜੇ ਹੈਗੇ ਜ਼ਿਲ੍ਹੇ ਵਾਲੇ ਉਹ ਯਾਦ ਰੱਖ ਲੈਣ ਕਿ ਕਿਲਾ ਮੁਬਾਰਕ ਕਿੱਥੇ ਸਥਿਤ ਹੈਗਾ ਹੈ, ਬਠਿੰਡਾ ਵਿੱਚ ਸਥਿਤ ਹੈਗਾ। ਸੋ ਅਗਲਾ ਕੁਐਸਚਨ ਹੈ, ਦੀ ਲਾਰਜੈਸਟ ਐਲੂਮੀਨੀਅਮ ਪਲਾਂਟ ਇਨ ਇੰਡੀਆ ਇਜ਼ ਲੋਕੇਟਡ ਐਟ ਡੈਸ਼ ਇਨ ਉੜੀਸਾ। ਜਿਹੜਾ ਲਾਰਜੈਸਟ ਐਲੂਮੀਨੀਅਮ ਪਲਾਂਟ, ਮਤਲਬ ਕਿ ਐਲੂਮੀਨੀਅਮ ਦਾ ਪਲਾਂਟ ਲਗਾਇਆ ਗਿਆ ਇੰਡੀਆ ਦੇ ਵਿੱਚ, ਕਿੱਥੇ ਸਥਿਤ ਹੈਗਾ, ਉੜੀਸਾ ਦੀ ਕਿਹੜੀ ਜਗ੍ਹਾ ਵਿੱਚ, ਦੈਟ ਇਜ਼ ਕੋਰਾਪੁੱਟ ਵਿੱਚ। ਕੋਰਾਪੁੱਟ ਵਿੱਚ ਐਲੂਮੀਨੀਅਮ ਦਾ ਪਲਾਂਟ ਸਥਿਤ ਹੈਗਾ ਹੈ। ਸੋ ਅਗਲਾ ਕੁਐਸਚਨ ਹੈ, ਦੀ ਨੌਜਵਾਨ ਭਾਰਤ ਸਭਾ ਵਾਸ ਫਾਊਂਡ ਬਾਏ ਸਰਦਾਰ ਭਗਤ ਸਿੰਘ। ਜਿਹੜੀ ਨੌਜਵਾਨ ਭਾਰਤ ਸਭਾ ਸੀ ਉਹ ਸਰਦਾਰ ਭਗਤ ਸਿੰਘ ਨੇ ਬਣਾਈ ਸੀ, ਪਰ ਕਿਹੜੀ ਸਨ ਵਿੱਚ ਬਣਾਈ ਸੀ, 1926 ਵਿੱਚ। ਇਹ ਕੁਐਸਚਨ ਰਿਪੀਟ ਹੋਣ ਦੇ ਬਹੁਤ ਚਾਂਸ ਨੇ, ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਦੀ ਹਾਂ। ਨੌਜਵਾਨ ਭਾਰਤ ਸਭਾ ਫਾਊਂਡ ਬਾਏ ਸਰਦਾਰ ਭਗਤ ਸਿੰਘ ਇਨ ਵਿਚ ਈਅਰ, 1926। ਅਗਲਾ ਕੁਐਸਚਨ ਹੈ, ਹਾਊ ਮੈਨੀ ਮੈਂਬਰਸ ਆਰ ਇਨਵੋਲਵਡ ਇਨ ਦੀ ਡਰਾਫਟਿੰਗ ਕਮੇਟੀ ਆਫ ਦੀ ਕੰਸਟੀਟਿਊਸ਼ਨ ਆਫ ਇੰਡੀਆ। ਜੋ ਡਰਾਫਟਿੰਗ ਕਮੇਟੀ ਸੀ ਨਾ ਕੰਸਟੀਟਿਊਸ਼ਨ ਆਫ ਇੰਡੀਆ ਦੇ, ਕਿੰਨੇ ਮੈਂਬਰ ਸੀ ਉਸ ਟਾਈਮ 'ਤੇ, 7 ਮੈਂਬਰ ਸੀ ਜਿਨ੍ਹਾਂ ਨੇ ਡਰਾਫਟ ਕੀਤਾ ਕੰਸਟੀਟਿਊਸ਼ਨ ਨੂੰ ਬਣਾਇਆ ਹੈ, 7 ਮੈਂਬਰ ਸੀ।
सो अगला क्वेश्चन है, पंजाब हैज़ टोटल कल्टिवेटेड एरिया 4.2 mm हेक्टेयर विच नीयरली कंस्टिट्यूट डैश ऑफ द नैट एरिया सॉइल इन इंडिया। कहते पंजाब ਦੇ 4.2 MN ਹੈਕਟੇਅਰ ਅਸੀਂ ਕਲਟੀਵੇਟ ਕਰ ਚੁੱਕੇ ਹਾਂ, ਜਿਹੜਾ ਕਿ ਇੰਡੀਆ ਦੇ ਤੌਰ ਤੇ ਕਿੰਨਾ ਹਿੱਸਾ ਹੈਗਾ, ਦੈਟ ਇਜ਼ 3% ਹਿੱਸਾ ਹੈਗਾ। अगला क्वेश्चन है, दी डिसेंट ऑफ मैन एंड सिलेक्शन इन रिलेशन टू सैक्स इज़ ए बुक रिटन बाय। सो बुक्स के नाम भी आ जाते हैं, करंट अफेयर तुसीं इनू रख लियो, जो ये वाली बुक सी पुरानी तुसीं करंटली देखियो किहड़ियां बुक्स ने। और ਇਹਦਾ देख ਲੈਣਾ जो मैन एंड सिलेक्शन इन रिलेशन टू सैक्स, एक कहती सी चार्ल्स डार्विन की बुक सी। द इंटरनेशनल डे रिगार्डिंग ड्रग अब्यूज एंड इलिसिट ट्रैफलिंग इज़ ऑबजर्व ऑन। कहते जे ड्रग्स होन तो ਜਾਂ इलिसिट ट्रैफलिंग हो, ਇਹਦੇ ਨਾਲ ਕਿਹੜਾ दिन ਹੁੰਦਾ ਹੈ इंटरनेशनल तौर पर, ਕਿਹੜਾ दिन मनाया जाता है 26 जून ਨੂੰ। सो जून महीने ड्रग्स कोई बेच रहा होएगा बहुत गर्मी ਦੇ ਵਿੱਚ, ਐਵੇਂ ਤੁਸੀਂ ਕੋਈ ਕਹਾਣੀ ਬਣਾ ਕੇ ਯਾਦ ਰੱਖ ਲਓ। ਸੋ ਇਹ ਡਰਗ ਅਬਿਊਜ਼ ਤੇ ਇਲਿਸਿਟ ਟ੍ਰੈਫਲਿੰਗ ਦੇ ਨਾਲ ਰਿਗਾਰਡਿੰਗ ਇਹ ਕੁਐਸਚਨ ਹੈਗਾ, ਕਿੰਨੀ ਜੂਨ ਨੂੰ ਮਨਾਇਆ ਜਾਂਦਾ ਹੈ 26 ਜੂਨ ਨੂੰ। ਸੋ ਅਗਲਾ ਕੁਐਸਚਨ ਹੈ, an alteration in the nucleotide sequence of the genome of the organism virus or extra normal DNA is called mutation। ਕਹਿੰਦੇ ਕਿ ਅਲਟਰੇਸ਼ਨ ਜਦੋਂ ਆਉਂਦੀ ਹੈ ਨਾ ਵਾਇਰਸ ਦੇ ਵਿੱਚ, ਉਹਨੂੰ ਅਸੀਂ ਮਿਊਟੇਸ਼ਨ ਕਹਿੰਦੇ ਨੇ, ਕਿ ਇੱਕ ਵਾਇਰਸ ਤੋਂ ਅਗਰ ਨਵਾਂ ਵਾਇਰਸ ਆ ਗਿਆ, ਉਸ ਤੋਂ ਨਵਾਂ ਵਾਇਰਸ ਆ ਗਿਆ। ਸੋ ਅਗਲਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਅ ਰੀਜ਼ਨ ਫॉर ਰਿਵੀਜ਼ਨ ਆਫ ਦੀ ਇੰਡਸਟਰੀਅਲ ਪੋਲਿਸੀ ਆਫ 1956। ਕਹਿੰਦੇ ਕਿ ਜਿਹੜੀ ਰਿਵੀਜ਼ਨ ਹੋਈ ਹੈ ਇੰਡਸਟਰੀਅਲ ਪੋਲਿਸੀ 1956 ਦੀ, ਉਹ ਬਾਰ-ਬਾਰ ਅਸੀਂ ਨੂੰ ਇੰਪਲੀਮੈਂਟ ਕਰਦੇ ਗਏ, ਕਿਹੜਾ ਰੀਜ਼ਨ ਨਹੀਂ ਹੈ। ਪਹਿਲਾਂ ਦੇਖ ਲੈਂਦੇ ਕਿਹੜੇ ਰੀਜ਼ਨ ਹੈਗੇ ਹੈ। ਪਹਿਲਾ ਆਪਸ਼ਨ ਦੈਟ ਇਜ਼ ਡੈਕਲੇਰੇਸ਼ਨ ਆਫ ਪਾਰਲੀਮੈਂਟ ਦੈਟ ਇੰਡੀਆ ਵਾਜ਼ ਗੋਇੰਗ ਟੂ ਹੈਵ ਅ ਸੋਸ਼ਲਿਸਟ ਪਾਰਟੀ ਔਰ ਸੋਸਾਇਟੀ। ਕਹਿੰਦੇ ਕਿ ਜਦੋਂ ਉਸ ਟਾਈਮ 'ਤੇ ਪਾਰਲੀਮੈਂਟ ਨੇ ਡਿਕਲੇਅਰ ਕੀਤਾ ਕੀ ਸੀ ਕਿ ਇੰਡੀਆ ਕੀ ਹੋਏਗੀ, ਸੋਸ਼ਲਿਸਟ ਪਾਰਟੀ ਹੋਏਗੀ, ਪੈਟਰਨ ਆਫ ਸੋਸਾਇਟੀ ਹੋਏਗੀ। ਸੋ ਇਹਦੇ ਕਰਕੇ ਜਿਹੜੀ ਕਿ ਅਸੀਂ ਇੰਡਸਟਰੀਅਲ ਪੋਲਿਸੀ ਵਿੱਚ ਬਦਲਾਵ ਲੈ ਕੇ ਆਏ ਹਾਂ, ਹਾਂ ਇਹ ਠੀਕ ਹੈਗਾ। ਅਡੋਪਸ਼ਨ ਆਫ ਪਲੈਨਡ ਇਕਨੋਮੀ ਲੈ ਕੇ ਆਏ ਹਾਂ, ਇਹ ਵੀ ਠੀਕ ਹੈਗੀ ਆਪਸ਼ਨ। ਫੋਰਥ ਨੰਬਰ ਇੰਟਰੋਡਕਸ਼ਨ ਆਫ ਕੰਸਟੀਟਿਊਸ਼ਨ ਆਫ ਇੰਡੀਆ, ਕੰਸਟੀਟਿਊਸ਼ਨ ਆਫ ਇੰਡੀਆ ਵੀ ਅਸੀਂ ਇੰਟਰੋਡਕਸ਼ਨ ਕੀਤੀ ਸੀ, ਇਹਦੇ ਨਾਲ ਵੀ ਥੋੜ੍ਹੇ ਬਹੁਤੇ ਜਿਹੜੇ ਲਾਅ ਸੀ ਉਹ ਚੇਂਜ ਹੋਏ ਸਨ। ਇਹ ਤਾਂ ਸਾਰੇ ਠੀਕ ਸੀ ਨੇ। ਜਿਹੜਾ ਥਰਡ ਆਪਸ਼ਨ ਹੈ ਦੈਟ ਇਜ਼ ਟੂ ਰਿਡਿਊਸ ਦੀ ਸਕੋਪ ਐਕਸਪੈਂਸ਼ਨ ਆਫ ਪ੍ਰਾਈਵੇਟ ਸੈਕਟਰ ਸਿਗਨੀਫਿਕੈਂਟਲੀ, ਅਸੀਂ ਪ੍ਰਾਈਵੇਟ ਸੈਕਟਰ ਨੂੰ ਘਟਾਉਣਾ ਚਾਹੁੰਦੇ ਸਨ। ਇਹ ਆਪਸ਼ਨ ਗਲਤ ਹੈਗੀ, ਇੱਦਾਂ ਦਾ ਕੋਈ ਰੀਜ਼ਨ ਨਹੀਂ ਸੀ ਰਿਵੀਜ਼ਨ ਆਫ ਇੰਡਸਟਰੀਅਲ ਪੋਲਿਸੀ ਆਫ 1956 ਦੇ ਬਿਹਾਈਂਡ ਵਿੱਚ। ਸੋ ਅਗਲਾ ਕੁਐਸਚਨ ਹੈ, ਦੀ ਵਰਡ ਹੈਰੀਟੇਜ ਸਾਈਟਸ ਆਫ ਅਜੰਤਾ ਐਂਡ ਇਲੋਰਾ। ਅਜੰਤਾ ਅਤੇ ਇਲੋਰਾ ਦੋਨੋਂ ਹੈਰੀਟੇਜ ਸਾਈਟਸ ਹਨ, ਵਰ ਸ਼ਟ ਡਾਊਨ ਡਿਊ ਟੂ ਕੋਵਿਡ-19 ਪੈਂਡਮਿਕ। ਦੀਸ ਕੇਵਸ ਆਰ ਸਿਚੁਏਟਡ ਇਨ। ਕਹਿੰਦੇ ਅਜੰਤਾ ਅਤੇ ਇਲੋਰਾ ਜਿਹੜੀਆਂ ਕੇਵਸ ਨੇ ਇਹ ਕਿੱਥੇ ਸਥਿਤ ਨੇ, ਇਹ ਹੈਗੀਆਂ ਨੇ ਔਰੰਗਾਬਾਦ ਵਿੱਚ। ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ, ਬਹੁਤ ਹੀ ਇੰਪੋਰਟੈਂਟਸ ਨੇ ਇਹਨਾਂ ਦੀਆਂ। ਅਜੰਤਾ ਅਤੇ ਇਲੋਰਾ ਕੇਵਸ ਇਹ ਕਿੱਥੇ ਸਥਿਤ ਨੇ, ਔਰੰਗਾਬਾਦ ਵਿੱਚ ਸਥਿਤ ਨੇ। ਅਗਲਾ ਕੁਐਸਚਨ ਹੈ, ਹੂ ਬਿਕੇਮ ਦੀ ਫਸਟ ਇੰਡੀਅਨ ਵੂਮਨ ਕ੍ਰਿਕਟਰ ਟੂ ਸਕੋਰ 10,000 ਇੰਟਰਨੈਸ਼ਨਲ ਰਨਸ। 10,000 ਇੰਟਰਨੈਸ਼ਨਲ ਰਨਸ ਕਿਹੜੀ ਕ੍ਰਿਕਟਰ ਨੇ ਸਕੋਰ ਕੀਤੇ ਨੇ? ਮਿਤਾਲੀ ਰਾਜ ਨੇ। ਚਾਈਨਾ ਨੇਮਸ ਇਟਸ ਫਸਟ ਮਾਰਸ ਰੋਵਰ ਐਸ। ਚਾਈਨਾ ਦਾ ਪਹਿਲੇ ਨੰਬਰ 'ਤੇ ਜਿਹੜਾ ਮਾਰਸ ਰੋਵਰ ਸੀ ਉਹਦਾ ਨਾਮ ਕੀ ਹੈ? ਦੈਟ ਇਜ਼ ਜੂਰੋਂਗ। ਜੂਰੋਂਗ ਇਹਦਾ ਨਾਮ ਹੈ, ਯਾਦ ਰੱਖਣਾ ਹੈ। ਵਿਚ ਆਫ ਦੀ ਫੋਲੋਇੰਗ ਕੰਟਰੀਜ਼ ਹੈਜ਼ ਬਿਕਮ ਦੀ ਵਰਲਡ ਫਸਟ ਕੰਟਰੀ ਟੂ ਅਟੈਚ ਫੇਸ਼ੀਅਲ ਵੈਰੀਫਿਕੇਸ਼ਨ ਇਨ ਦੀ ਨੈਸ਼ਨਲ ਆਇਡੈਂਟੀਫਿਕੇਸ਼ਨ ਡਾਟਾਬੇਸ। ਕਹਿੰਦੇ ਕਿ ਕਿਹੜੀ ਕੰਟਰੀ ਬਣ ਗਈ ਹੈ? ਸਿੰਗਾਪੁਰ ਕੰਟਰੀ ਬਣ ਗਈ ਜਿਸ ਨੇ ਫੇਸ਼ੀਅਲ ਵੈਰੀਫਿਕੇਸ਼ਨ ਕੀਤੀ ਹੈ। ਨੈਸ਼ਨਲ ਮਤਲਬ ਕਿ ਫੇਸ ਲੈ ਕੇ ਆਓਗੇ ਉੱਥੇ ਹੀ ਤੁਹਾਨੂੰ ਆਇਡੈਂਟੀਟੀ ਕਾਰਡ ਹੈ, ਤੁਹਾਡਾ ਫੇਸ ਹੀ ਇੱਕ ਤਰ੍ਹਾਂ ਦਾ। ਕਿਹੜੀ ਕੰਟਰੀ ਨੇ ਕੀਤੀ ਹੈ ਪਹਿਲੇ ਸ਼ੁਰੂਆਤ ਇਹਦੀ? ਸਿੰਗਾਪੁਰ ਨੇ। ਅੱਗੇ ਕੁਐਸਚਨ ਆਉਂਦਾ, ਵਿਚ ਅਮੰਗ ਦੀ ਫੋਲੋਇੰਗ ਇਜ਼ ਦੀ ਡੀਪੈਸਟ ਮਾਈਨ ਇਨ ਦੀ ਵਰਲਡ। ਜੋ ਡੀਪੈਸਟ ਮਾਈਨ ਹੈਗੀ ਹੈ ਉਹ ਵਰਲਡ ਵਿੱਚ ਕਿਹੜੀ ਹੈ? ਦੈਟ ਇਜ਼ ਓਮੇਨਿੰਗ ਗੋਲਡ ਮਾਈਨ। ਗੋਲਡ ਮਾਈਨ ਹੈਗੀ ਹੈ, ਸੋਨੇ ਦੀ ਖਾਨ ਹੈਗੀ ਹੈ, ਇਹਨੂੰ ਯਾਦ ਰੱਖ ਲੈ, ਪਰ ਉਹਦਾ ਨਾਮ ਕੀ ਹੈ ਪੂਰਾ? ਦੈਟ ਇਜ਼ ਅਪੋਨਿੰਗ ਗੋਲਡ ਮਾਈਨ। ਅਗਲਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਆਰਗੇਨਾਈਜੇਸ਼ਨ ਹੈ ਰਿਲੀਜ਼ ਦੀ ਫੂਡ ਵੇਸਟ ਇੰਡੈਕਸ ਰਿਪੋਰਟ 2021। ਕਹਿੰਦੇ ਇਹਨਾਂ ਵਿੱਚ ਕੌਣ ਹੈਗਾ ਜਿਹੜਾ ਕਿ ਫੂਡ ਜਿੰਨਾ ਵੀ ਵੇਸਟ ਹੁੰਦਾ ਨਾ ਉਹਦੀ ਰਿਪੋਰਟ ਜਾਰੀ ਕਰਦਾ? ਦੈਟ ਇਜ਼ UN ਇਨਵਾਇਰਮੈਂਟ ਪ੍ਰੋਗਰਾਮ ਇਸ ਰਿਪੋਰਟ ਨੂੰ ਜਾਰੀ ਕਰਦੇ ਨੇ। ਸੋ ਅਗਲਾ ਕੁਐਸਚਨ ਦੇਖਦੇ ਹਾਂ ਅਸੀਂ, ਦੀ PEPSU ਲੈਜਿਸਲੇਟਿਵ ਅਸੈਂਬਲੀ ਵਾਜ ਡਿਜ਼ੋਲਵ ਬਾਈ ਵਿਚ ਆਫ ਦੀਜ਼ ਪ੍ਰੈਜ਼ੀਡੈਂਟਸ। ਕਹਿੰਦੇ ਕਿ ਜਿਹੜੇ PEPSU ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ ਇਹ ਡਿਜ਼ੋਲਵ ਹੋ ਗਈ ਸੀ, ਕਿਹਦੇ ਦੁਆਰਾ ਕੀਤੀ ਗਈ ਹੈ? ਡਾਕਟਰ ਰਾਜਿੰਦਰ ਪ੍ਰਸਾਦ ਜਿਹੜੇ ਪ੍ਰੈਜ਼ੀਡੈਂਟ ਸੀ ਉਹਨਾਂ ਦੁਆਰਾ ਕੀਤੀ ਗਈ ਹੈ। ਅੱਗੇ ਜਲਿਆਂਵਾਲਾ ਬਾਗ ਮਸਾਕਰੀ, ਜਿਹੜਾ ਜਲਿਆਂਵਾਲਾ ਬਾਗ ਹੱਤਿਆਕਾਂਡ ਸੀ, ਇੰਪੈਲਡ ਡੈਸ਼ ਟੂ ਰੋਡ ਖੂਨੀ ਵਿਸਾਖੀ ਬਲੱਡੀ ਵਿਸਾਖੀ ਐਨ ਐਪਿਕ ਪੋਇਮ। ਕਹਿੰਦੇ ਕਿ ਇਹਦੇ ਰਿਗਾਰਡਿੰਗ ਇੱਕ ਪੋਇਮ ਐਪਿਕ ਲਿਖਿਆ ਹੈ, ਐਪਿਕ ਦਾ ਨਾਮ ਹੈ ਖੂਨੀ ਵਿਸਾਖੀ ਅਤੇ ਬਲੱਡੀ ਵਿਸਾਖੀ। ਇਹ ਕਿਹਨੇ ਲਿਖਿਆ ਹੈਗਾ? ਇਹ ਨਾਨਕ ਸਿੰਘ ਜੀ ਨੇ ਲਿਖਿਆ ਹੈ। ਅਗਲਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਟੀਮਸ ਡਿਡਨਟ ਕੁਆਲੀਫਾਈ ਦੀ
प्ले ऑफ इन IPL 2020 ਕਹਿੰਦੇ ਕਿ ਕਿਹੜਾ ਕਿ ਕੁਆਲੀਫਾਈ ਨਹੀਂ ਕਰ ਸਕਿਆ IPL ਨੂੰ। ਥਰਡ ਹੈਗੀ ਚੇਨਈ ਸੁਪਰ ਕਿੰਗਸ ਇਸ ਚੀਜ਼ ਨੂੰ ਕੁਆਲੀਫਾਈ ਨਹੀਂ ਕਰ ਸਕੇ। ਅੱਗੇ ਚੋਸ ਰੈਫਰਸ ਟੂ ਵਿਚ ਆਫ ਦੀ ਫੋਲੋਇੰਗ ਜਿਓਗ੍ਰਾਫੀਕਲ ਫੀਚਰਸ ਕਹਿੰਦੇ ਕਿ ਕਿਹੜੇ ਜਿਓਗ੍ਰਾਫੀਕਲ ਫੀਚਰਸ ਹੈਗੇ। ਪਹਿਲਾ ਹੈਗਾ ਸੀਜ਼ਨਲ ਸਟ੍ਰੀਮਸ ਫਾਊਂਡ ਇਨ ਦੀ ਫੁੱਟ ਹਿਲ ਆਫ ਮਾਊਂਟੇਨ ਰੇਂਜਸ ਕਹਿੰਦੇ ਕਿ ਸੀਜ਼ਨਲ ਸਟ੍ਰੀਮਸ ਪਾਈਆਂ ਜਾਂਦੀਆਂ ਜਿਹੜੀਆਂ ਕਿ ਹਿਮਾਲਿਅਨ ਰੇਂਜ ਦੇ ਫੁੱਟ ਹਿਲਸ ਵਿੱਚ। ਸੋ ਇਹੀ ਦਾ ਆਨਸਰ ਹੈਗਾ, ਬਾਕੀ ਸਭ ਨਹੀਂ ਨੇ ਆਨਸਰ। ਬਾਕੀ ਪੜ੍ਹ ਲੈਂਦੇ ਕਿਉਂ ਗਲਤ ਨੇ। ਇਹ ਟਰੈਕ ਆਫ ਲੈਂਡ ਲਾਈਂਗ ਬਿਟਵੀਨ ਦੀ ਟੂ ਕਨਫਲੂਐਂਟ ਰਿਵਰਸ ਇਹ ਜਿਓਗ੍ਰਾਫੀਕਲ ਫੀਚਰ ਨਹੀਂ ਹੈਗਾ। ਵੈਲੀ ਇਨ ਦੀ ਲੈਸਰ ਹਿਮਾਲਿਆ ਐਂਡ ਸਟੀਪਸ ਐਂਡ ਨੈਰੋ ਮਾਊਂਟੇਨ ਪਾਸਿਸ ਇਹਨਾਂ ਵਿੱਚ ਕੋਈ ਨਹੀਂ ਹੈ। ਫਸਟ ਆਪਸ਼ਨ ਦੱਸਿਆ ਸੀਜ਼ਨਲ ਸਟ੍ਰੀਮਸ ਜਿਹੜੀਆਂ ਹੈਗੀਆਂ ਉਹ ਜਿਓਗ੍ਰਾਫੀਕਲ ਫੀਚਰਸ ਦਾ ਪਾਰਟ ਨੇ ਚੋਸ ਦੇ ਰਿਗਾਰਡਿੰਗ। The Bishnoi Community Initiative to protect the endangered black buck species species ਜਿਹੜੀ ਇੰਡੇਂਜਰਡ ਹੋ ਗਈ ਅਸੀਂ ਇਹਨੂੰ ਪ੍ਰੋਟੈਕਟ ਕਰਨਾ ਹੈਗਾ। ਸੋ ਕਿਹੜੀ ਵਾਈਲਡ ਲਾਈਫ ਰਿਜ਼ਰਵ ਜਿਹੜਾ ਪੰਜਾਬ ਵਿੱਚ ਖੋਲ੍ਹਿਆ ਗਿਆ ਦੈਟ ਇਜ਼ ਅਬੋਹਰ ਵਾਈਲਡ ਲਾਈਫ ਸੈਂਚੁਰੀ। ਸੋ ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਦੀ ਹਾਂ, ਇੱਕ ਸਪੀਸੀਜ਼ ਦਾ ਨਾਮ ਹੈਗਾ ਬਲੈਕ ਬਕ ਸਪੀਸੀਜ਼। ਸੋ ਕਿਹਦਾ ਇਨੀਸ਼ੀਏਟਿਵ ਸੀ? ਬਿਸ਼ਨੋਲ ਕਮਿਊਨਿਟੀ ਦਾ ਇਨੀਸ਼ੀਏਟਿਵ ਸੀ। ਉਹਨਾਂ ਨੇ ਕੀ ਕੀਤਾ ਵਾਈਲਡ ਲਾਈਫ ਰਿਜ਼ਰਵ ਜਿਹੜਾ ਲਾਂਚ ਕੀਤਾ ਹੈ ਪੰਜਾਬ ਦੇ ਵਿੱਚ, ਉਹਦੀ ਵਾਈਲਡ ਲਾਈਫ ਸੈਂਚੁਰੀ ਦਾ ਨਾਮ ਕੀ ਸੀ? ਦੈਟ ਇਜ਼ ਅਬੋਹਰ ਵਾਈਲਡ ਲਾਈਫ ਸੈਂਚੁਰੀ। ਅਗਲਾ ਕੁਐਸਚਨ ਹੈ ਵੀ ਸ਼ਡਿਊਲ ਆਫ ਦ ਇੰਡੀਅਨ ਕੰਸਟੀਟਿਊਸ਼ਨ ਡਿਵਾਈਡਸ ਦੀ ਯੂਨੀਅਨ ਪਾਵਰਸ ਇਨਟੂ ਯੂਨੀਅਨ ਐਂਡ ਸਟੇਟਸ ਕਹਿੰਦੇ ਕਿ ਇਹਨਾਂ ਵਿੱਚ ਕਿਹੜਾ ਕਿ ਜਿੰਨੇ ਕਿ ਯੂਨੀਅਨਸ ਨੂੰ ਸਟੇਟ ਯੂਨੀਅਨ ਤੋਂ ਕਿਹੜਾ ਕੰਮ ਆਏਗਾ, ਸਟੇਟ ਤੋਂ ਕਿਹੜਾ ਕੰਮ ਆਏਗਾ। ਸੋ ਇਹਨਾਂ ਦੀ ਪਾਵਰਸ ਨੂੰ ਡਿਵਾਈਡ ਕੀਤਾ ਉਹ 7th ਸ਼ਡਿਊਲ ਦੇ ਵਿੱਚ ਲਿਸਟਡ ਹੈਗਾ। ਸੋ ਤੁਸੀਂ ਯਾਦ ਰੱਖਣਾ 7th ਸ਼ਡਿਊਲ ਵਿੱਚ ਅਸੀਂ ਪਾਵਰਸ ਨੂੰ ਵੰਡਿਆ ਹੈਗਾ। ਅੱਗੇ ਹੈਗਾ ਵਿਚ ਆਰਟੀਕਲ ਆਫ ਇੰਡੀਅਨ ਕੰਸਟੀਟਿਊਸ਼ਨ ਰਿਲੇਟਡ ਟੂ ਦੀ ਡਿਊਰੇਸ਼ਨ ਆਫ ਪੰਚਾਇਤ। ਅਗਰ ਪੰਚਾਇਤ ਦਾ ਕਿੰਨਾ ਕਾਰਿਆਕਾਲ ਹੋਣਾ ਚਾਹੀਦਾ ਹੈ, ਕਿਹੜਾ ਆਰਟੀਕਲ ਹੈਗਾ? ਈ ਨੰਬਰ ਵਾਲਾ ਤੁਸੀਂ ਯਾਦ ਰੱਖਣਾ, ਪਿੱਛੇ ਅੱਧੀ ਤੁਹਾਡੇ ਆਪਸ਼ਨਸ ਇੱਥੇ ਮਾਰਕ ਹੋ ਜਾਣਗੀਆਂ। ਹੁਣ 243 ਈ ਇਹਦਾ ਐਗਜ਼ੈਕਟ ਆਨਸਰ ਹੈਗਾ। ਅਗਲਾ ਕੁਐਸਚਨ ਹੈ ਟੋਡਾ ਇਜ਼ ਡੈਸ਼ ਡਾਂਸ ਪਰਫੋਰਮਡ ਬਾਏ ਰਾਜਪੂਤਸ। ਟੋਡਾ ਨਾਮ ਦਾ ਇੱਕ ਡਾਂਸ ਹੈਗਾ ਜਿਹੜਾ ਕਿ ਪਰਫੋਰਮ ਕੀਤਾ ਜਾਂਦਾ ਰਾਜਪੂਤਸ ਦੁਆਰਾ ਇਨ ਦੀ ਡਿਸਟ੍ਰਿਕਟ ਆਫ ਸਿਮੋਰ ਸ਼ਿਮਲਾ ਐਂਡ ਹਿਮਾਚਲ ਪ੍ਰਦੇਸ਼ ਦੇ ਵਿੱਚ। ਸੋ ਇਹ ਕਿਹੜਾ ਡਾਂਸ ਹੈਗਾ? ਰੋਮੈਂਟਿਕ ਹੈਗਾ, ਵਿਕਟਰੀ ਹੈ, ਡਿਵੋਸ਼ਨਲ, ਵਾਰੀਅਰ? ਕਿਹੜਾ ਡਾਂਸ ਹੈਗਾ? ਇਹ ਵਾਰੀਅਰ ਡਾਂਸ ਹੈਗਾ। ਸੋ ਅਗਲਾ ਕੁਐਸਚਨ ਹੈ ਅਮਾਨ ਦੀਵੀ ਆਈਲੈਂਡ ਆਰ ਏ ਪਾਰਟ ਆਫ ਵਿਚ ਯੂਨੀਅਨ ਟੈਰੀਟਰੀ। ਸੋ ਅਮਾਨ ਦੀਵੀ ਆਈਲੈਂਡ ਕਿਹੜੀ ਯੂਟੀ ਦਾ ਪਾਰਟ ਹੈਗੇ ਹੈ? ਇਹ ਲਕਸ਼ਦੀਪ ਦੇ ਪਾਰਟ ਹੈਗੇ ਆ। ਅਗਲਾ ਕੁਐਸਚਨ ਹੈ ਦੀ ਫਸਟ ਸਿਟੀ ਫਰੋਮ ਨਾਰਥ ਇੰਡੀਆ ਟੂ ਲਿਸਟ ਇਟਸ ਮਿਊਨਸੀਪਲ ਕਾਰਪੋਰੇਸ਼ਨ ਬੌਂਡ ਔਨ ਬੰਬੇ ਸਟਾਕ ਐਕਸਚੇਂਜ ਇਜ਼। ਕਹਿੰਦੇ ਪਹਿਲੀ ਸਿਟੀ ਕਿਹੜੀ ਸੀ? ਉਹਦਾ ਨਾਮ ਹੈ ਲਖਨਊ, ਜਿਹਨੇ ਕੀ ਕੀਤਾ ਹੈ ਕਿ ਨਾਰਥ ਇੰਡੀਆ ਵਿੱਚ ਲਿਸਟਡ ਪਹਿਲੇ ਨੰਬਰ 'ਤੇ ਲਿਸਟ ਵਿੱਚ ਆਈ ਹੈਗੀ ਹੈ ਮਿਊਨਸੀਪਲ ਕਾਰਪੋਰੇਸ਼ਨ ਬੌਂਡ ਔਨ ਬੰਬੇ ਸਟਾਕ ਐਕਸਚੇਂਜ ਦੇ ਰਿਗਾਰਡਿੰਗ। ਅੱਗੇ ਵਿੱਚ ਅਮੰਗ ਦੀ ਫੋਲੋਇੰਗ ਨੋਵਲਸ ਆਰ ਰਿਟਨ ਬਾਏ ਨਾਨਕ ਸਿੰਘ। ਨਾਨਕ ਸਿੰਘ ਨੇ ਕਿਹੜਾ ਨੋਵਲ ਲਿਖਿਆ? ਦੈਟ ਇਜ਼ ਪਵਿੱਤਰ ਪਾਪੀ। Sahyadri, a north-south chain of mountains or hills in India that marks the western edges of Deccan Plateau region is also called as। ਕਹਿੰਦੇ ਜਿਹੜੀ ਸਹਾਇਦਰੀ ਹੈ ਨਾ ਅਸੀਂ ਉਹਨੂੰ ਹੋਰ ਕਿਹੜੇ ਨਾਮ ਤੋਂ ਜਾਣਦੇ ਹਾਂ? ਜਿਹੜੀ ਕੀ ਚੀਜ਼ ਹੈਗੀ ਹੈ ਡੈਕਨ ਪਲੈਟਿਊਰ ਦੇ ਨੌਰਥ ਸਾਊਥ ਦੇ ਇੱਕ ਚੇਨ ਹੈਗੀ ਹਿਮਾਲਿਆ ਦੇ, ਉਹਨਾਂ ਨੂੰ ਅਸੀਂ ਵੈਸਟਰਨ ਘਾਟ ਕਹਿੰਦੇ ਨੇ। According to Constitution of India, how many maximum judges can there in Supreme Court apart from the Chief Justice? ਚੀਫ ਜਸਟਿਸ ਨੂੰ ਛੱਡ ਕੇ ਸੁਪਰੀਮ ਕੋਰਟ ਵਿੱਚ ਕਿੰਨੇ ਜੱਜ ਹੁੰਦੇ ਨੇ? 7 ਜੱਜ ਹੁੰਦੇ ਨੇ। ਰੋਬਰਟ ਐਂਗਸ ਸਮਿਥ ਕੁਆਇਨ ਦੀ ਟਰਮ, ਜਿਹੜਾ ਰੋਬਰਟ ਐਂਗਸ ਸਮਿਥ ਸੀ ਉਹਨੇ ਟਰਮ ਕਿਹੜੀ ਕੱਢੀ ਸੀ? ਐਸਿਡ ਰੇਨ ਬਾਰੇ ਉਹਨਾਂ ਨੇ ਦੱਸਿਆ ਸੀ ਸਾਨੂੰ। ਅਗਲਾ ਆ ਗਿਆ ਕੁਐਸਚਨ ਇਨ ਵਿਚ ਆਫ ਦੀ ਫੋਲੋਇੰਗ ਰੀਸੈਂਟ ਲੈਂਡਮਾਰਕ ਜਜਮੈਂਟ ਡਿਡ ਦੀ ਸੁਪਰੀਮ ਕੋਰਟ ਕੰਕਲੂਡਡ ਦੀ corroborated testimony of accomplice cannot be the basis of conviction। ਸਮੁੰਦਰ ਧਰਮ ਇਹ ਸੀ ਕੇਸ ਫਾਈਲ ਹੋਇਆ ਸੀ, ਇਹਦੇ ਰਿਗਾਰਡਿੰਗ ਦੱਸਿਆ ਕਿ ਵਰਡਿਕਟ ਦਿੱਤੀ ਸੀ ਉਹਨਾਂ ਨੇ। ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ? 9 ਦਸੰਬਰ 1946 ਦੇ ਵਿੱਚ ਹੋਈ ਸੀ। ਸੋ ਪਹਿਲੀ ਬੈਠਕ ਦੇ ਵਿੱਚ ਬਹੁਤ ਫਰਕ ਹੁੰਦਾ ਹੈ, ਕੁਐਸਚਨ ਜਿੱਦਾਂ ਪੁੱਛਿਆ ਉਹਦੇ ਰਿਗਾਰਡਿੰਗ ਤੁਸੀਂ ਆਨਸਰ ਦੇਣਾ ਹੈ। ਸੋ ਪਹਿਲੀ ਬੈਠਕ ਹੋਈ ਸੀ ਦਸੰਬਰ ਮਹੀਨੇ 9 ਤਰੀਕ ਸੀ ਅਤੇ 1946 ਤਰੀਕ ਸੀ, 46 ਸਨ ਸੀ। ਅਗਲਾ ਕੁਐਸਚਨ ਹੈ ਵਿਚ ਰਾਊਂਡ ਟੇਬਲ ਕਾਨਫਰੰਸ ਡਿਡ ਗਾਂਧੀ ਜੀ ਅਟੈਂਡ ਇਨ ਲੰਡਨ। ਸੋ ਕਿੰਨਵੀਂ ਰਾਊਂਡ ਟੇਬਲ ਜਿਹੜੀ ਗਾਂਧੀ ਜੀ ਨੇ ਲੰਡਨ ਦੇ ਵਿੱਚ ਅਟੈਂਡ ਕੀਤੀ ਸੀ ਉਹ 2nd ਨੰਬਰ ਦੀ ਸੀ। ਅੱਗੇ ਪੰਜਾਬ ਇਸ ਫਿੰਗਰਡ ਬਾਏ ਵਿਚ ਆਫ ਦੀ ਦੀਜ਼ ਰੇਂਜਿਸ
ਟੂ ਦੀ ਨਾਰਥ ਈਸਟ ਐਂਡ ਨਾਰਥ। ਸੋ ਪੰਜਾਬ ਕਿਹੜੀਆਂ ਰੇਂਜਿਸ ਨਾਲ ਘਿਰਿਆ ਹੋਇਆ ਹੈ? ਦੈਟ ਇਜ਼ ਸ਼ਿਵਾਲਿਕ ਦੀ ਰੇਂਜਿਸ ਨਾਲ ਘਿਰਿਆ ਹੋਇਆ ਹੈ। ਸੋ ਅਗਲੇ ਕੁਐਸਚਨ ਤਾਂ ਸਾਡੇ ਕੁਆਂਟ ਦੇ ਆ ਗਏ ਨੇ। ਸੋ ਹੋਪ ਸੋ ਤੁਹਾਨੂੰ ਇਹ ਸੈਸ਼ਨ ਪਸੰਦ ਆਇਆ ਹੋਏਗਾ। ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਕਿ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਹੈ ਪੜ੍ਹਨਾ। ਸੋ ਤੁਸੀਂ ਅਗਰ UPSC ਦੀ ਸੀਰੀਜ਼ ਨਾਲ ਰਿਲੇਟਡ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਯੈਸ ਕਰਕੇ ਕਮੈਂਟ ਵਿੱਚ ਰਿਪਲਾਈ ਜ਼ਰੂਰ ਕਰਨਾ। ਥੈਂਕ ਯੂ ਸੋ ਮਚ। ਐਵੇਂ ਮੇਰੇ ਨਾਲ ਜੁੜੇ ਰਹੋ, ਅਸੀਂ ਜ਼ਰੂਰ ਇਸ ਵਾਰ ਪੇਪਰ ਕੱਢਾਂਗੇ। ਥੈਂਕ ਯੂ।